ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਢਿੱਗ ਬੈਠ ਧਨੀ ਨਰ ਕੇ ਹਰ ਜੀ। ਨਿਜ ਪ੍ਰਾਨਨ ਰੋਕ ਸੋ ਬੈਨ ਉਚਾਰੇ। ਨਹ ਬੈਠ ਤਪੋ ਬਨ ਮੈਂ ਹਰ ਜੀ। ਫਲ ਖਾਏ ਸਦਾ ਤਵ ਨਾਮ ਸੰਭਾਰੇ। ਢਿੱਗ ਬੈਠ ਧਨੀ ਨਰ ਕੇ ਹਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਅਤਿਅੰਤ ਕਿਰਪਾਲਤਾ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਕੁਝ ਸਮੇਂ ਤੋਂ ਪੰਡਿਤ ਗੁਲਾਬ ਸਿੰਘ ਜੀ ਦੁਆਰਾ ਰਚਿਤ ਭਾਵ ਰਸ ਅੰਮ੍ਰਿਤ ਗ੍ਰੰਥ ਦੀ ਸੰਥਿਆ ਆਰੰਭ ਹੈ, ਜਿਸ ਦੇ 45 ਛੰਦ ਸੰਪੂਰਨ ਹੋ ਚੁੱਕੇ ਹਨ। ਅੱਜ 46ਵੇਂ ਸਵਈਏ ਛੰਦ ਤੋਂ ਸੰਥਿਆ ਆਰੰਭ ਹੋਣੀ ਹੈ। ਜਿਸ ਤਰ੍ਹਾਂ ਪੰਡਿਤ ਗੁਲਾਬ ਸਿੰਘ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ, ਆਪ ਜੀ ਸਾਰੇ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ ਜੀ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਵਈਆ ਢਿੱਗ ਬੈਠ ਧਨੀ ਨਰ ਕੇ ਹਰ ਜੀ। ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਨੇ, ਪਿਛਲਾ ਪ੍ਰਕਰਨ ਜਿਵੇਂ ਚੱਲ ਰਿਹਾ ਹੈ, ਅਗਲਾ ਸਵਈਆ ਵੀ ਉਸੇ ਅਨੁਸਾਰ ਉਚਾਰਨ ਕਰਦੇ ਨੇ ਕਿ ਜਗ ਮੈਂ ਸੁਭ ਕਾਜ ਵਿਸਾਰਤ ਹੋਂ ਬਿਦ ਕੌਣ ਸੁਦਾ ਸੁਖ ਪਾਉ ਮੁਰਾਰੇ। ਵੀ ਚੰਗੇ ਕੰਮ ਮੈਂ ਸੰਸਾਰ ਵਿੱਚ ਭੁਲਾ ਦਿੱਤੇ ਨੇ। ਹੇ ਵਾਹਿਗੁਰੂ ਜੀ, ਕਿਸ ਤਰ੍ਹਾਂ ਦੇ ਨਾਲ ਮੈਂ ਅੰਮ੍ਰਿਤਮਈ ਸੁਖ ਜਿਹੜਾ ਹੈ ਉਹ ਪ੍ਰਾਪਤ ਕਰ ਸਕਦਾ ਹਾਂ, ਆਤਮਿਕ ਸੁਖ ਨੂੰ ਪ੍ਰਾਪਤ ਕਰ ਸਕਦਾ ਹਾਂ, ਕਿਉਂਕਿ ਮੈਂ ਚੰਗੇ ਕੰਮ ਹੀ ਨਹੀਂ ਕਰਦਾ। ਸੋ ਪੰਡਿਤ ਗੁਲਾਬ ਸਿੰਘ ਜੀ ਉੱਤਮ ਵਕਤਾ ਹਨ, ਆਪਣੇ ਆਪ ਨੂੰ ਸੰਬੋਧਨ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਫਰਮਾਉਂਦੇ ਹਨ ਕਿ ਢਿੱਗ ਬੈਠ ਧਨੀ ਨਰ ਕੇ ਹਰ ਜੀ। ਵਾਹਿਗੁਰੂ ਦੇ ਅੱਗੇ ਅਰਦਾਸ ਕਰਦੇ ਨੇ ਕਿ ਹਰੀ ਜੀ, ਵਾਹਿਗੁਰੂ ਜੀ। ਢਿੱਗ ਦਾ ਅਰਥ ਹੈ ਕੋਲ, ਬੈਠ ਕੇ, ਧਨੀ ਨਰ ਕੇ। ਜਿਹੜੇ ਧਨੀ ਬੰਦੇ ਹਨ, ਮਾਇਆਧਾਰੀ ਬੰਦੇ ਹਨ, ਪੈਸੇ ਵਾਲੇ ਹਨ, ਅਮੀਰ ਬੰਦੇ ਹਨ, ਉਹਨਾਂ ਦੇ ਕੋਲ ਬੈਠ ਕੇ ਹੇ ਹਰੀ ਵਾਹਿਗੁਰੂ ਜੀ। ਨਿਜ ਪ੍ਰਾਨਨ ਰੋਕ ਸੋ ਬੈਨ ਉਚਾਰੇ। ਅਮੀਰ ਬੰਦਿਆਂ ਦੇ ਕੋਲ ਬੈਠ ਕੇ ਫਿਰ ਨਿਜ ਆਪਣੇ ਪ੍ਰਾਨਨ ਕੀ ਸਵਾਸ ਰੋਕ ਕੇ ਸੋ ਉਹਨਾਂ ਦੇ ਤਾਈਂ ਬੈਨ ਕੀ ਬਚਨ ਉਚਾਰੇ ਕੀ ਉਚਾਰਨ ਕਰਦਾ ਹਾਂ, ਬੋਲਦਾ ਹਾਂ। ਕਿ ਅਮੀਰ ਬੰਦਿਆਂ ਦੇ ਕੋਲ ਬੈਠ ਕੇ ਆਪਣੇ ਪ੍ਰਾਣ ਰੋਕ ਕੇ, ਸਵਾਸ ਰੋਕ ਕੇ, ਕਿ ਮੇਰੀ ਸਾਹ ਦੀ ਆਵਾਜ਼ ਵੀ ਇਹਨਾਂ ਦੇ ਕੋਲ ਨਾ ਪਹੁੰਚੇ, ਅਤੇ ਹੌਲੀ ਹੌਲੀ ਧੀਮੀ ਆਵਾਜ਼ ਦੇ ਨਾਲ ਉਹਨਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਉਹਨਾਂ ਦੀ ਖੁਸ਼ਾਮਦ ਕਰਦਾ ਹਾਂ ਅਤੇ ਉਹਨਾਂ ਨੂੰ ਮਿੱਠੇ ਮਿੱਠੇ ਬੋਲ ਕਹਿੰਦਾ ਹਾਂ ਕਿ ਇਸ ਤਰ੍ਹਾਂ ਮੈਂ ਅਮੀਰਾਂ ਨਾਲ ਜ਼ਿਆਦਾ ਪ੍ਰੇਮ ਕਰਦਾ ਹਾਂ, ਅਮੀਰ ਨਿਵਾਜ ਹਾਂ, ਗਰੀਬ ਨਿਵਾਜ ਨਹੀਂ ਹੈ। ਕਿਉਂਕਿ ਜੇ ਮੈਂ ਉਹਨਾਂ ਨੂੰ ਉੱਚੀ ਬੋਲਾਂਗਾ, ਕੋਈ ਸ਼ਬਦ ਕਹਾਂਗਾ ਅਮੀਰ ਬੰਦਿਆਂ ਨੂੰ, ਕਿਤੇ ਨਾਰਾਜ਼ ਹੀ ਨਾ ਹੋ ਜਾਣ ਅਤੇ ਮੇਰਾ ਲਿੰਕ ਹੀ ਇਹਨਾਂ ਨਾਲ ਟੁੱਟ ਜਾਵੇ। ਇਹ ਅਮੀਰ ਬੰਦੇ ਮੇਰੀ ਮਦਦ ਕਰਨਗੇ, ਕੋਈ ਨਾ ਕੋਈ ਮੇਰੀ ਲੋੜ ਨੂੰ ਪੂਰੀ ਕਰਨਗੇ। ਤੋ ਕਹਿਣਾ ਇੰਨਾ ਕੀ ਚਾਹੁੰਦੇ ਆ ਕਿ ਮੈਂ ਗਰੀਬਾਂ ਦੀ ਸੇਵਾ ਨਹੀਂ ਕੀਤੀ, ਅਮੀਰਾਂ ਨਾਲ ਹੀ ਜ਼ਿਆਦਾ ਲਿੰਕ ਵਧਾਇਆ। ਹਾਲਾਂਕਿ ਐਸੀ ਗੱਲ ਨਹੀਂ ਹੈ ਕਿ ਅਮੀਰ ਦੇ ਨਾਲ ਵਿਤਕਰਾ ਕਰੋ। ਅਮੀਰ ਨੂੰ ਵੀ ਉਵੇਂ ਮਾਨ ਸਤਿਕਾਰ ਦਿਓ, ਗਰੀਬ ਨੂੰ ਵੀ ਉਵੇਂ ਮਾਨ ਸਤਿਕਾਰ ਦਿਓ। ਵੀ ਜਿਹੜੀ ਦ੍ਰਿਸ਼ਟੀ ਆ ਆਪਣੀ ਸਮ ਰੱਖੋ। ਇਹ ਨਹੀਂ ਵੀ ਅਮੀਰਾਂ ਦੇ ਨਾਲ ਜ਼ਿਆਦਾ ਪ੍ਰੇਮ ਕਰਨਾ, ਫਿਰ ਇਸ ਤਰ੍ਹਾਂ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਵਾਹਿਗੁਰੂ ਜਿਹੜੇ ਹਨ ਉਹ ਗਰੀਬ ਨਿਵਾਜ ਹਨ। ਕਬੀਰ ਸਾਹਿਬ ਜੀ ਦੇ ਬਚਨ ਹਨ, ਕਬੀਰ ਕੋ ਸੁਆਮੀ ਗਰੀਬ ਨਿਵਾਜ।
ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਮੇਰੇ ਮਾਲਕ ਹਨ, ਵਾਹਿਗੁਰੂ ਹਨ, ਉਹ ਗਰੀਬਾਂ ਨੂੰ ਨਿਵਾਜਣ ਵਾਲੇ ਹਨ, ਗਰੀਬਾਂ ਨੂੰ ਵਡਿਆਉਣ ਵਾਲੇ ਹਨ। ਇਹ ਵੀ ਅਸੀਂ ਕਈ ਵਾਰ ਇਹ ਸ਼ਬਦ ਸੁਣਿਆ ਹੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਉਹ ਗਰੀਬ ਨਿਵਾਜ ਹਨ ਮਾਲਕ, ਉਹ ਤਾਂ ਗਰੀਬ ਦੇ ਸੀਸ ਦੇ ਉੱਤੇ ਛਤਰ ਝੁਲਾ ਦਿੰਦੇ ਆ, ਜਸ ਦੇ ਛਤਰ ਝੁਲਾ ਸਕਦੇ ਹਨ। ਚੌਪਈ ਸਾਹਿਬ ਵਿੱਚ ਵੀ ਅਸੀਂ ਰੋਜ਼ਾਨਾ ਇਹ ਬਚਨ ਸੁਣਦੇ ਹਾਂ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਜਾਂ ਜਾਪ ਸਾਹਿਬ ਵਿੱਚ ਵੀ ਪੜ੍ਹਦੇ ਹਾਂ, ਗਰੀਬੁਲ ਨਿਵਾਜ ਹੈ, ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਵਚਨ ਉਚਾਰਨ ਕੀਤੇ ਨੇ ਕਿ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾਹ ਸਹਾਬਾ, ਨਾਉ ਗਰੀਬ ਨਿਵਾਜ ਹੈ। ਕਿ ਸਤਿਗੁਰੂ ਜੀ ਦਾ ਨਾਮ ਗਰੀਬ ਨਿਵਾਜ ਹੈ, ਬੇਮੁਹਤਾਜ ਨਾ ਮੋਹ ਸੁਹਾਬਾ। ਕਿ ਵਾਹਿਗੁਰੂ ਗਰੀਬਾਂ ਦੇ ਨਾਲ ਪ੍ਰੇਮ ਕਰਨ ਵਾਲੇ ਹਨ। ਗਰੀਬ ਨਿਵਾਜ ਵੀ ਵਾਹਿਗੁਰੂ ਐਸੇ ਹਨ ਕਿ ਸੁਲਤਾਨ ਖਾਨ ਕਰੇ ਖਿਨ ਕੀਰੇ। ਉਹ ਵਾਹਿਗੁਰੂ ਨਾ ਸੁਲਤਾਨਾਂ ਨੂੰ, ਵੱਡੇ ਵੱਡੇ ਜਿਹੜੇ ਖਾਨ ਹੁੰਦੇ ਆ, ਉਹਨਾਂ ਨੂੰ ਕਰੇ ਖਿਨ ਕੀਰੇ, ਇੱਕ ਛਿਨ ਦੇ ਵਿੱਚ ਕੀੜਾ ਕੰਗਾਲ ਬਣਾ ਸਕਦੇ ਆ ਵਾਹਿਗੁਰੂ। ਤੇ ਗਰੀਬ ਨਿਵਾਜ ਕਰੇ ਪ੍ਰਭ ਮੀਰੇ, ਤੇ ਗਰੀਬਾਂ ਨੂੰ ਨਿਵਾਜਣ ਵਾਲੇ ਵਾਹਿਗੁਰੂ ਗਰੀਬਾਂ ਨੂੰ ਕਰੇ ਪ੍ਰਭ ਮੀਰੇ, ਵੱਡੇ ਵੱਡੇ ਬਾਦਸ਼ਾਹ ਬਣਾ ਸਕਦੇ ਆ ਵਾਹਿਗੁਰੂ। ਗਰੀਬ ਨਿਵਾਜ ਹਨ। ਤੋ ਕਹਿੰਦੇ ਹਨ ਕਿ ਮੇਰਾ ਮੈਂ ਸੁੱਖ ਕਿਵੇਂ ਪਾ ਸਕਦਾ, ਕਿਉਂਕਿ ਮੈਂ ਤਾਂ ਅਮੀਰਾਂ ਦੇ ਨਾਲ ਹੀ ਜ਼ਿਆਦਾ ਲਿੰਕ ਵਧਾਏ ਆਪਣੇ ਸਵਾਰਥ ਵਾਸਤੇ। ਢਿੱਗ ਬੈਠ ਧਨੀ ਨਰ ਕੇ ਹਰ ਜੀ, ਹਰੀ ਜੀ ਜਿਹੜੇ ਧਨੀ ਪੁਰਸ਼ ਸੀ, ਉਹਨਾਂ ਦੇ ਕੋਲ ਬੈਠ ਕੇ ਨਾ ਨਿਜ ਪ੍ਰਾਨਨ ਰੋਕ ਸੋ ਬੈਨ ਉਚਾਰੇ। ਆਪਣੇ ਪ੍ਰਾਣਾਂ ਨੂੰ ਵੀ ਕੰਟਰੋਲ 'ਚ ਕਰਕੇ ਰੋਕ ਕੇ ਹੌਲੀ ਹੌਲੀ ਬੋਲਿਆ ਕਿ ਉੱਚੀ ਆਵਾਜ਼ ਨਾਲ ਕਿਤੇ ਡਿਸਟਰਬ ਨਾ ਹੋ ਜਾਣ, ਨਾਰਾਜ਼ ਨਾ ਹੋ ਜਾਣ, ਤੇ ਇਸ ਕਰਕੇ ਮੇਰਾ ਕਿਤੇ ਇਹਨਾਂ ਨਾਲ ਸੰਪਰਕ ਨਾ ਟੁੱਟ ਜੇ। ਜ਼ਿਆਦਾ ਪ੍ਰੇਮ ਕੀਤਾ। ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਨਾ ਇੱਕ ਸਵਈਆ ਉਚਾਰਨ ਕੀਤਾ ਹੈ, ਜਿਸ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਪਖੰਡ ਦਾ ਖੰਡਨ ਕੀਤਾ ਤੇ ਪਖੰਡੀ ਦੇ ਸੰਬੰਧ ਵਿੱਚ ਦੱਸਿਆ ਵੀ ਪਖੰਡੀ ਕਿਹੋ ਜਿਹੇ ਹੁੰਦੇ ਆ। ਉਹ ਸਵਈਆ ਇਹ ਹੈ ਵੀ ਆਂਖਨ ਭੀਤਰ ਤੇਲ ਕੋ ਡਾਰ, ਸੋ ਲੋਗਨ ਨੀਰ ਬਹਾਏ ਦਿਖਾਵੇ। ਜਿਹੜੇ ਪਖੰਡੀ ਹੁੰਦੇ ਆ ਨਾ, ਉਹ ਕੀ ਕਰਦੇ ਆ ਕਿ ਅੱਖਾਂ ਦੇ ਵਿੱਚ ਨਾ ਸਰੋਂ ਦਾ ਤੇਲ ਪਵਾ ਕੇ ਨਾ ਆਪਣੇ ਚੇਲਿਆਂ ਤੋਂ, ਸੋ ਲੋਗਨ ਨੀਰ ਬਹਾਏ ਦਿਖਾਵੇ। ਤੇ ਲੋਕਾਂ ਦੇ ਵਿੱਚ ਜਦੋਂ ਸੰਗਤ ਵਿੱਚ ਜਾਂਦੇ ਆ ਤੇ ਉਹ ਤੇਲ ਅੱਖਾਂ 'ਚ ਪਾ ਕੇ ਅੱਖਾਂ 'ਚੋਂ ਫੇਰ ਨਾ ਪਾਣੀ ਨਿਕਲਣ ਲੱਗ ਜਾਂਦਾ ਹੈ। ਉਹ ਨੀਰ ਬਹਾਏ ਦਿਖਾਵੇਂ, ਅੱਖਾਂ 'ਚੋਂ ਪਾਣੀ ਨਿਕਲ ਜਾਂਦਾ ਹੈ, ਉਹ ਲੋਕਾਂ ਨੂੰ ਦਿਖਾਉਂਦੇ ਆ। ਨਾਲ ਜਿਹੜੇ ਚੇਲੇ ਹੁੰਦੇ ਆ, ਸੰਗਤਾਂ ਪੁੱਛਦੀਆਂ ਵੀ ਬੜੇ ਵੈਰਾਗੀ ਆ ਸੰਤ, ਤੇ ਫਿਰ ਉਹ ਚੇਲੇ ਨਾਲ ਦੱਸ ਦਿੰਦੇ ਆ ਵੀ ਇਹ ਤੇ ਨਾ ਬਹੁਤ ਜ਼ਿਆਦਾ ਵੈਰਾਗੀ ਆ, ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਇਹਨਾਂ ਦੇ ਨੇਤਰਾਂ ਵਿੱਚ ਹੰਝੂ ਹੀ ਵਗਦੇ ਰਹਿੰਦੇ ਆ। ਪਰਮੇਸ਼ਰ ਦੀ ਯਾਦ ਦੇ ਵਿੱਚ ਇਹਨਾਂ ਦੇ ਜਿਹੜੇ ਚਸ਼ਮ ਹਨ ਉਹ ਤਰ ਰਹਿੰਦੇ ਆ, ਸਹਿਤ ਜਲਦੇ ਰਹਿੰਦੇ ਆ। ਬੜੇ ਵੈਰਾਗੀ ਸਾਧੂ ਹਨ। ਪਖੰਡ ਦਾ ਮਹਾਰਾਜ ਦੱਸਦੇ ਆ ਵੀ ਪਖੰਡੀ ਇਹੋ ਜਿਹੇ ਵੀ ਹੁੰਦੇ ਆ, ਕਹਿੰਦੇ ਇਹੋ ਜਿਹੇ ਵੀ ਮਿਲ ਜਾਂਦੇ ਆ ਨਕਲੀ। ਉਹ ਸੰਗਤ ਉਹਦੇ ਵੱਲ ਵੇਖ ਕੇ ਫਿਰ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੀਆਂ ਸੰਗਤਾਂ, ਕਿਉਂਕਿ ਸੰਗਤਾਂ ਤੇ ਭੋਲੀਆਂ ਹੁੰਦੀਆਂ ਨਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇਖੋ ਪਖੰਡ ਦਾ ਖੰਡਨ ਕਰਨ ਵਾਸਤੇ ਪਖੰਡੀਆਂ ਦੇ ਸੰਬੰਧ ਵਿੱਚ ਬਚਨ ਉਚਾਰਨ ਕਰਦੇ ਨੇ ਕਿ ਆਂਖਨ ਭੀਤਰ ਤੇਲ ਸੋ ਤੇਲ ਡਾਰ, ਆਂਖਨ ਭੀਤਰ ਤੇਲ ਕੋ ਡਾਰ, ਸੋ ਲੋਗਨ ਨੀਰ ਬਹਾਏ ਦਿਖਾਵੇ। ਫਿਰ ਕੀ ਕਰਦੇ ਆ? ਦੂਸਰਾ ਬਚਨ ਮਹਾਰਾਜ ਕਹਿੰਦੇ ਕਿ ਜੋ ਧਨਵਾਨ ਲਖੈ ਨਿਜ ਸੇਵਕ। ਜਦੋਂ ਸੰਗਤ ਵਿੱਚ ਕੋਈ ਧਨਵਾਨ ਪੁਰਸ਼ ਆ ਜਾਂਦਾ ਹੈ, ਮਾਇਆਧਾਰੀ ਬੰਦਾ ਆ ਜਾਂਦਾ ਹੈ, ਉਹਨੂੰ ਫਿਰ ਨਾ ਆਪਣੇ ਚੇਲਿਆਂ ਨੂੰ ਸ਼ਿਸ਼ਾਂ ਨੂੰ ਭੇਜ ਕੇ ਕਹਿ ਦਿੰਦੇ ਆ ਕਿ ਨਿਜ ਸੇਵਕ, ਇਹਨੂੰ ਆਪਣਾ ਸੇਵਕ ਬਣਾਈਏ। ਕਿਸੇ ਤਰੀਕੇ ਨਾਲ ਇਹਨਾਂ ਦੇ ਉੱਤੇ ਇਹਨਾਂ ਨਾਲ ਬਾਤਾਂ ਕਰਕੇ ਵਿਚਾਰ ਕੇ ਇਹਨਾਂ ਦੀ ਪੁੱਛਗਿੱਛ ਜ਼ਿਆਦਾ ਕਰੋ। ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਿਮਾਵੇ। ਮਹਾਰਾਜ ਕਹਿੰਦੇ ਵੀ ਉਹਨਾਂ ਨੂੰ ਫਿਰ ਉਹ ਚੇਲੇ ਕਹਿੰਦੇ ਆ, ਸੰਤ ਵੀ ਪਖੰਡੀ ਵੀ ਕਹਿ ਦਿੰਦਾ ਵੀ ਇਹਨਾਂ ਨੂੰ ਅੰਦਰਲੇ ਕਮਰੇ 'ਚ ਜਾ ਕੇ ਨਾ
ਪ੍ਰਸ਼ਾਦਾ ਜਿਹੜਾ ਪਰੋਸ ਕੇ ਜਮਾਵੇ ਕਿ ਛਕਾਓ, ਵਧੀਆ ਪ੍ਰਸ਼ਾਦਾ ਛਕਾਓ, VIP ਲੰਗਰ ਛਕਾਓ। ਤੇ ਉਹਨਾਂ ਨੂੰ ਕਹਿੰਦੇ ਤੁਸੀਂ ਪਹਿਲਾਂ ਲੰਗਰ ਛਕੋ, ਬਾਅਦ ਵਿੱਚ ਤੁਹਾਡੇ ਨਾਲ ਮਿਲਾਂਗੇ। ਮਹਾਰਾਜ ਇਹ ਸਮਝਾਉਂਦੇ ਆ। ਫਿਰ ਅਗਲੀ ਪੰਕਤੀ 'ਚ, ਤੀਸਰੀ ਪੰਕਤੀ 'ਚ ਮਹਾਰਾਜ ਇਹ ਫਰਮਾਉਂਦੇ ਆ, ਜੋ ਧਨਹੀਨ ਲਖੈ ਤੇ ਦੇਤ ਨਾ, ਮਾਗਨ ਜਾਤ ਮੁਖੋ ਨਾ ਦਿਖਾਵੈ। ਉਸੇ ਸੰਗਤ ਦੇ ਵਿੱਚ ਜੋ ਧਨਹੀਨ ਲਖੈ, ਜਿਹੜੇ ਧਨ ਤੋਂ ਹੀਣੇ ਗਰੀਬ ਆ ਜਾਂਦੇ ਆ, ਉਹਨਾਂ ਵੱਲ ਵੇਖਦੇ ਆ। ਉਹ ਵੀ ਕਹਿੰਦੇ ਆ ਵੀ ਤੇ ਦੇਤ ਨਾ, ਉਹਨਾਂ ਨੂੰ ਨਹੀਂ ਦਿੰਦੇ। ਉਹ ਕਹਿੰਦੇ ਸਾਨੂੰ ਵੀ ਲੰਗਰ ਛਕਾ ਦਿਓ ਉੱਥੇ ਨਾਲ ਹੀ। ਮੰਗਨ ਜਾਤ, ਉਹ ਮੰਗਦੇ ਵੀ ਹੈ, ਕਹਿੰਦੇ ਸਾਨੂੰ ਮਹਾਂਪੁਰਸ਼ਾਂ ਨਾਲ ਮਿਲਾ ਦਿਓ। ਪਰ ਦਸਮ ਪਾਤਸ਼ਾਹ ਮਹਾਰਾਜ ਫਰਮਾਉਂਦੇ ਆ, ਮੰਗਨ ਜਾਤ ਮੁਖੋਂ ਨਾ ਦਿਖਾਵੈ। ਉਹਨਾਂ ਨੂੰ ਮੂੰਹ ਹੀ ਨਹੀਂ ਦਿਖਾਉਂਦੇ। ਕਹਿੰਦੇ ਸੰਤਾਂ ਦੀ ਕੁੰਡੀ ਲੱਗੀ ਹੋਈ ਆ, ਅੰਦਰ ਜਪ ਤਪ ਕਰ ਰਹੇ ਆ, ਤੇ ਇਸ ਕਰਕੇ ਉਹਨਾਂ ਦਾ ਭਜਨ ਸਿਮਰਨ ਦਾ ਟਾਈਮ ਹੋ ਗਿਆ, ਉਹਨਾਂ ਨੇ ਨਹੀਂ ਮਿਲਣਾ। ਤੋਂ ਮਹਾਰਾਜ ਕੀ ਕਹਿੰਦੇ ਆ ਕਿ ਲੂਟਤ ਹੈ ਪਸ ਲੋਗਨ ਕੋ, ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਵੀ ਇਹੋ ਜਿਹੇ ਜਿਹੜੇ ਲੋਕ ਨੇ ਨਾ, ਉਹ ਪਸ਼ੂ ਹੈ, ਪਖੰਡੀ ਜਿਹੜੇ ਹੈ ਉਹ ਪਸ਼ੂ ਹੈ, ਤੇ ਲੁੱਟ ਰਹੇ ਆ ਲੋਕਾਂ ਨੂੰ, ਤੇ ਕਦੇ ਵੀ ਪਰਮੇਸ਼ਰ ਦੇ ਗੁਣ ਨਹੀਂ ਗਾਉਂਦੇ ਹਨ। ਉਹਨਾਂ ਤੋਂ ਬਚੋ। ਗੱਲ ਇੰਨੀ ਸਮਝਾਉਣਾ ਚਾਹੁੰਦੇ ਆ ਮਹਾਰਾਜ। ਸਾਧੂ ਵੀ ਹੈਗੇ, ਸੰਤ ਵੀ ਹੈ, ਤੇ ਅਸੰਤ ਵੀ ਨਾਲ ਤੁਰੇ ਆਉਂਦੇ ਆ। ਲਿਬਾਸ ਵੀ ਉਹਨਾਂ ਦਾ ਪਾਇਆ ਹੁੰਦਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਵਸ ਕੀਨ। ਕਿਸੇ ਨੇ ਕਿਹਾ ਨਾ, ਭੌਰਾ ਭੂੰਡ ਦਾ ਇੱਕ ਰੰਗ, ਇੱਕੋ ਦੋਵਾਂ ਦੀ ਗੂੰਜ, ਵਾਹ ਪਏ ਤੇ ਜਾਣੀਏ ਉਹ ਭੋਰਾ ਉਹ ਭੂੰਡ। ਭੋਰੇ ਤੇ ਭੂੰਡ ਦਾ ਰੰਗ ਇੱਕੋ ਜਿਹਾ ਹੁੰਦਾ ਹੈ, ਪਰ ਜਦੋਂ ਉਹਨਾਂ ਵੱਲ ਵੇਖੀਏ ਨਾ, ਜਿਹੜਾ ਭੂੰਡ ਹੈ ਉਹ ਗੰਦਗੀ ਵੱਲ ਜਾਂਦਾ ਹੈ, ਤੇ ਜਿਹੜਾ ਭੌਰਾ ਹੈ ਉਹ ਕਮਲ ਫੁੱਲ ਦੀ ਸੁਗੰਧੀ ਵੱਲ ਜਾਂਦਾ ਹੈ। ਕਾਂ ਤੇ ਕੋਇਲ ਦਾ ਵੀ ਇੱਕ ਰੰਗ ਹੈ। ਕਾਂ ਜਿਹੜਾ ਕਾਂ ਕਾਂ ਜਾਂ ਬੋਲਦਾ, ਕੋਇਲ ਕਿੰਨਾ ਮਿੱਠਾ ਬੋਲਦੀ ਹੈ। ਬਾਗ ਤੇ ਹੰਸ ਦਾ ਵੀ ਮਹਾਰਾਜ ਨੇ ਬਾਣੀ 'ਚ ਦ੍ਰਿਸ਼ਟਾਂਤ ਦਿੱਤਾ ਹੈ। ਬਗਲਾ ਵੀ ਚਿੱਟਾ ਹੈ, ਹੰਸ ਵੀ ਚਿੱਟਾ ਹੈ। ਬੱਗ ਡੱਡਾ ਭਾਲਣ ਜਾਵੇ, ਹੰਸਾਂ ਹੀਰਾ ਮੋਤੀ ਚੁਗਣਾ। ਤੋਂ ਮਹਾਰਾਜ ਸਾਹਿਬ ਜੀ ਨੇ ਉਸ ਸਵਈਏ ਦੇ ਵਿੱਚ ਗੁਰੂ ਸਾਹਿਬ ਜੀ ਨੇ ਸਮਝਾਇਆ ਹੈ ਕਿ ਕਈ ਐਸੇ ਪਖੰਡੀ ਵੀ ਹੈ ਕਿ ਜਿਹੜਾ ਕੋਈ ਜ਼ਿਆਦਾ ਧਨਵਾਨ ਹੋਵੇ, ਮਾਇਆਧਾਰੀ ਹੋਵੇ, ਤੇ ਉਹਦੇ ਨਾਲ ਜ਼ਿਆਦਾ ਪ੍ਰੇਮ ਵਧਾਉਂਦੇ ਆ। ਉਹਨਾਂ ਨੂੰ ਵਿਸ਼ੇਸ਼ ਰੂਪ ਕਰਕੇ ਮਾਨ ਸਨਮਾਨ ਦਿਓ ਜੀ, ਇਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਓ, ਤੇ ਗਰੀਬ ਨੂੰ ਨਹੀਂ ਮਿਲਦੇ। ਇਹਦੇ ਨਾਲ ਸੁੱਖ ਨਹੀਂ ਮਿਲ ਸਕਦਾ। ਪੰਡਿਤ ਗੁਲਾਬ ਸਿੰਘ ਜੀ ਵੀ ਉਹੀ ਸਮਝਾਉਣਾ ਚਾਹੁੰਦੇ ਆ ਵੀ ਜੇ ਤੂੰ ਸੁੱਖ ਲੈਣਾ ਤਾਂ ਭਾਈ ਸਮ ਦ੍ਰਿਸ਼ਟੀ ਰੱਖਣੀ ਪੈਣੀ ਹੈ। ਤੋ ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਹਨ ਕਿ ਢਿੱਗ ਬੈਠ ਧਨੀ ਨਰ ਕੇ ਹਰ ਜੀ, ਹੇ ਹਰੀ ਜੀ ਵਾਹਿਗੁਰੂ, ਮੈਂ ਤੇ ਐਸਾ ਹਾਂ ਕਿ ਧਨੀ ਬੰਦਿਆਂ ਦੇ ਕੋਲ ਬੈਠ ਕੇ, ਮਾਇਆਧਾਰੀ ਬੰਦਿਆਂ ਦੇ ਕੋਲ ਬੈਠ ਕੇ, ਉਹਨਾਂ ਨਾਲ ਫਿਰ ਨਿਜ ਪ੍ਰਾਨਨ ਰੋਕ, ਆਪਣੇ ਪ੍ਰਾਣਾਂ ਨੂੰ ਰੋਕ ਕੇ, ਹੌਲੀ ਹੌਲੀ ਗੱਲ ਕਰਕੇ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਉਹਨਾਂ ਦੀ ਖੁਸ਼ਾਮਦ ਕੀਤੀ ਅਤੇ ਉਹਨਾਂ ਦੀ ਵਡਿਆਈ ਕੀਤੀ। ਤੇ ਇਸ ਤਰ੍ਹਾਂ ਬੇਬੈਨ ਜਿਹੜੇ ਬਚਨ ਹਨ ਉਹ ਉਚਾਰੇ ਕਿ ਬੋਲਦਾ ਹਾਂ ਤਾਂ ਕਿ ਮੇਰੀ ਮਦਦ ਕਰਨ, ਮੇਰੇ ਕਿਸੇ ਕੰਮ ਆ ਜਾਣੇ ਅਮੀਰ ਲੋਕ। ਨਹਿ ਬੈਠ ਤਪੋ ਬਨ ਮੈਂ ਹਰ ਜੀ। ਅਤੇ ਆਪਣੀ ਜ਼ਿੰਦਗੀ ਦੇ ਵਿੱਚ ਐਡਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਤੇ ਕਦੀ ਤਪੋ ਬਨ ਮੈਂ, ਤਪੱਸਿਆ, ਬਨ ਦਾ ਅਰਥ ਹੁੰਦਾ ਜੰਗਲ, ਮੈਂ ਦਾ ਅਰਥ ਹੁੰਦਾ ਵਿੱਚ। ਹੇ ਹਰੀ ਜੀ, ਕਦੀ ਮੈਂ ਜੰਗਲ ਵਿੱਚ ਜਾ ਕੇ ਤਪੱਸਿਆ ਵੀ ਨਹੀਂ ਕੀਤੀ, ਉੱਥੇ ਬੈਠ ਕੇ ਜਾ ਕੇ ਕਿਤੇ ਇਕਾਂਤ ਜਾ ਕੇ ਜੰਗਲ ਵਿੱਚ ਭਜਨ ਨਹੀਂ ਕੀਤਾ। ਇੱਥੇ ਇਹ ਨਾ ਸਮਝਿਓ ਵੀ ਕਿਤੇ ਪੰਡਿਤ ਗੁਲਾਬ ਸਿੰਘ ਜੀ ਕਹਿ ਰਹੇ ਆ ਵੀ ਤੁਸੀਂ ਜੰਗਲ ਵਿੱਚ ਜਾਓ ਤੇ ਰੱਬ ਤਾਂ ਮਿਲਦਾ, ਐਸੀ ਨਹੀਂ ਬਾਤ ਕਹਿ ਰਹੇ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਬਾਣੀ 'ਚ ਬਚਨ ਕਿਹਾ ਨਾ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵੰਡ ਕੰਡਾ ਮੋੜੇ ਵਸੀ ਰੱਬ ਹਿਆਲੀਆ, ਜੰਗਲ ਕਿਆ ਟੂਡੇ। ਰੱਬ ਤੇ ਅੰਦਰ ਬੈਠਾ ਭਾਈ, ਤੂੰ ਜੰਗਲ 'ਚ ਕੀ ਕਰਦਾ ਹੈ। ਜਾਂ ਇਹ ਕਿਹਾ ਕਾਹੇ ਰੇ ਬਨ ਖੋਜਨ ਜਾਈ, ਨੌਵੇਂ ਪਾਤਸ਼ਾਹ ਮਹਾਰਾਜ ਨੇ ਵੀ ਬਚਨ ਉਚਾਰਨ ਕੀਤੇ ਨੇ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ, ਤੂ ਹੀ ਸੰਗ ਸਮਾਈ ਰਹਾਓ, ਪੁਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਸ੍ਰੀ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਵੀ ਕਿਹਾ, ਰੇ ਮਨ ਐਸੋ ਕਰ ਸੰਨਿਆਸਾ, ਬਾਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਵੀ ਇਹ ਨਹੀਂ ਵੀ ਤੁਸੀਂ ਜੰਗਲ ਵਿੱਚ ਚਲੇ ਜਾਓ ਰੱਬ ਭਾਲਣ ਵਾਸਤੇ,
ਉਹ ਤੇ ਤਾਂ ਜਾਂਦੇ ਆ ਸਾਧੂ ਕਿਉਂਕਿ ਉੱਥੇ ਇਕਾਂਤ ਹੁੰਦਾ ਹੈ, ਹਰਿਆਵਲਤਾ ਹੈ, ਕੁਦਰਤੀ ਵਾਯੂਮੰਡਲ ਹੈ, ਸਾਧੂ ਮਹਾਤਮਾ ਰਹਿੰਦੇ ਆ, ਉਹ ਇਕਾਂਤ ਪਸੰਦ ਹੁੰਦੇ ਆ, ਨਿਰਲੇਪ ਰਹਿ ਕੇ ਖੁਸ਼ ਰਹਿੰਦੇ ਆ। ਵਾਯੂਮੰਡਲ ਬਦਲ ਜਾਂਦਾ, ਥੋੜ੍ਹਾ ਜਿਹਾ ਸੰਸਾਰ ਤੋਂ ਨਿਰਲੇਪ ਹੋ ਕੇ ਵੀ ਕੁਝ ਸਮਾਂ ਲਾਉਣਾ ਚਾਹੀਦਾ, ਕਿਤੇ ਕਿਤੇ ਇਕਾਂਤ ਵਿੱਚ ਵੀ ਜਾਣਾ ਚਾਹੀਦਾ। ਇਸ ਕਰਕੇ ਇਸ ਭਾਵ ਨਾਲ ਇੱਕ ਪੱਖ ਤੋਂ ਉਚਾਰਨ ਕਰਦੇ ਆ। ਤੋ ਕਹਿੰਦੇ ਹਨ, ਨਹਿ ਬੈਠ ਤਪੋਵਨ ਮੈਂ ਹਰ ਜੀ, ਹੇ ਵਾਹਿਗੁਰੂ ਜੀ, ਜੰਗਲ ਦੇ ਵਿੱਚ ਬੈਠ ਕੇ ਮੈਂ ਤਪ ਵੀ ਨਹੀਂ ਕੀਤਾ। ਤਪੋਵਨ ਮੈਂ ਜੰਗਲ ਦੇ ਵਿੱਚ, ਤਪੋਵਨ ਉੱਥੇ ਤਪਸਵੀ ਰਹਿੰਦੇ ਸੀ, ਸਾਧੂ ਰਹਿੰਦੇ ਸੀ, ਆਸ਼ਰਮ ਬਣੇ ਹੋਏ ਸੀ, ਕੁਟੀਆਂ ਬਣੀਆਂ ਹੋਈਆਂ ਸੀ, ਔਰ ਵਰਕਤ ਸਾਧੂ ਸੰਸਾਰ ਤੋਂ ਨਿਰਲੇਪ ਰੱਬ ਨੂੰ ਮਿਲਣ ਵਾਸਤੇ ਤਪ ਕਰ ਰਹੇ ਸੀ। ਤਪ ਦਾ ਅਰਥ ਹੁੰਦਾ ਕਰੜੀ ਸਾਧਨਾ, ਕਰੜੀ ਮਿਹਨਤ ਰੱਬ ਨੂੰ ਮਿਲਣ ਵਾਸਤੇ। ਜਿਨੀ ਨਾਮ ਤੇ ਆਇਆ ਗਏ ਮਸਕਤ। ਤਪ ਦੇ ਵਿੱਚ ਥੋੜ੍ਹਾ ਜਿਹਾ ਸਰੀਰ ਨੂੰ ਦੁਖੀ ਹੁੰਦਾ, ਟਾਈਮ ਵੱਧ ਲਾਉਣਾ ਪੈਂਦਾ। ਆਪਾਂ ਇਤਿਹਾਸ ਵੀ ਪੜ੍ਹ ਰਹੇ ਹਾਂ ਤੇ ਮਹਾਰਾਜ ਸਾਹਿਬ ਨੂੰ ਜਦੋਂ ਪਿਤਾ ਜੀ ਨੇ 20 ਰੁਪਏ ਦਿੱਤੇ ਤੇ ਮਹਾਰਾਜ ਚੂੜਕਾਣੇ ਗਏ ਤੇ ਰਸਤੇ ਦੇ ਵਿੱਚ ਸਾਧੂ ਤਪ ਕਰ ਰਹੇ ਸੀ ਆਸ਼ਰਮ ਵਿੱਚ, ਭਜਨ ਬੰਦਗੀ। ਤੇ ਮਹਾਰਾਜ ਨੇ ਫਿਰ ਉਹਨਾਂ ਸਾਧੂਆਂ ਦੀ ਮਸ਼ੱਕਤ ਦੇਖ ਕੇ, ਮਿਹਨਤ ਦੇਖ ਕੇ ਮਹਾਰਾਜ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਵੀ ਪਿਤਾ ਜੀ ਨੇ ਕਿਹਾ ਸੀ ਵੀ ਲਾਭਦਾਇਕ ਸੌਦਾ ਕਰਨਾ, ਭਾਈ ਬਾਲੇ ਇਹ ਸੌਦਾ ਨਹੀਂ ਛੱਡਿਆ ਜਾਂਦਾ, ਇਹਨਾਂ ਸਾਧੂਆਂ ਨੂੰ ਭੇਟਾ ਕਰ ਦਈਏ 20 ਰੁਪਏ। ਭਾਈ ਬਾਲਾ ਜੀ ਨੇ ਕਿਹਾ ਵੀ ਤੁਹਾਡੇ ਪਿਤਾ ਜੀ ਦਾ ਸੁਭਾਅ ਕਰੋਧੀ ਹੈ, ਮੈਂ ਨਹੀਂ ਵਿੱਚ ਆਉਂਦਾ, ਇਹ ਤੁਹਾਡੀ ਮਰਜ਼ੀ ਹੈ, ਤੁਸੀਂ ਆਪੇ ਹੀ ਨਿਬੇੜਾ ਕਰ ਲਿਓ। ਤੇ ਮਹਾਰਾਜ ਕਹਿੰਦੇ ਪਿਤਾ ਜੀ ਦੀ ਆਗਿਆ ਸੱਚੇ ਸੌਦੇ ਦੀ। ਤੇ ਉਹ 20 ਰੁਪਏ ਫਿਰ ਸਾਧੂਆਂ ਨੂੰ ਭੇਟਾ ਕਰ ਦਿੱਤੇ। ਉਹਨਾਂ ਨਾਲ ਬਚਨ ਬਲਾਸ ਹੋਏ। ਉਹ ਕਹਿੰਦੇ ਅਸੀਂ ਨਹੀਂ ਮੰਗਦੇ ਕਿਸੇ ਤੋਂ, ਅਸੀਂ ਤੇ ਆਪਣੇ ਆਨੰਦ ਦੇ ਵਿੱਚ ਇੱਥੇ ਬੈਠੇ ਹਾਂ। ਤੇ ਮਹਾਰਾਜ ਨੇ ਫਿਰ ਦੇਖ ਲਓ ਉਹ ਲੰਗਰ ਆਰੰਭ ਕੀਤਾ, ਜਿਹੜਾ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ, ਦੇਗ ਤੇਗ ਜਗ ਮੈਂ ਦੂਬ ਚੱਲੈ। ਉਸ ਸਮੇਂ ਦੇ ਲੰਗਰ ਚਲਾਇਆ ਹੋਇਆ ਅੱਜ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 20 ਰੁਪਈਆਂ ਦਾ ਲੰਗਰ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਜਿੱਥੇ ਵੀ ਸਿੱਖ ਸੰਗਤਾਂ ਰਹਿੰਦੀਆਂ ਵਸਦੀਆਂ, ਕੈਸੇ ਲੰਗਰ ਦੇ ਭੰਡਾਰੇ ਚੱਲ ਰਹੇ ਆ। ਕੋਈ ਮਰਜ਼ੀ ਆ ਕੇ ਛਕੀ ਜਾਵੇ, ਖੱਤਰੀ ਬ੍ਰਾਹਮਣ ਸੂਦ ਵੈਸ, ਜਿੱਥੇ ਉਪਦੇਸ਼ ਚੌ ਵਰਨਾ ਕੋ ਸਾਂਝਾ, ਲੰਗਰ ਪੰਗਤ ਸੰਗਤ ਸਾਰੀ ਮਹਾਰਾਜ ਸਾਹਿਬ ਜੀ ਨੇ ਕਾਇਮ ਕਰ ਦਿੱਤੀ ਹੈ। ਤੋ ਇੱਥੇ ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਹਨ, ਨਹਿ ਬੈਠ ਤਪੋਵਨ ਮੈਂ ਹਰ ਜੀ, ਹਰੀ ਜੀ ਵਾਹਿਗੁਰੂ ਜੀ, ਮੈਂ ਬਨ ਮੈਂ ਬੈਠ ਤਪੋ ਨਹਿ, ਜੰਗਲ ਦੇ ਵਿੱਚ ਬੈਠ ਕੇ ਮੈਂ ਤਪ ਵੀ ਨਹੀਂ ਕੀਤਾ ਅਤੇ ਸਾਧੂਆਂ ਦੀ ਸੰਗਤ ਵੀ ਨਹੀਂ ਕੀਤੀ, ਭਜਨ ਸਿਮਰਨ ਨਹੀਂ ਕੀਤਾ। ਫਲ ਖਾਏ ਸਦਾ ਤਵ ਨਾਮ ਸੰਭਾਰੇ। ਉਹਦੇ ਜੰਗਲ ਦੇ ਵਿੱਚ ਉੱਥੇ ਕਿਹੜਾ ਹੋਰ ਪਦਾਰਥ ਮਿਲਨੇ ਆ, ਉੱਥੇ ਤੇ ਫਲ ਹੀ ਖਾਣਾ, ਫਲ ਫਰੂਟ ਖਾ ਕੇ ਹੀ ਸਦਾ ਤਵ ਨਾਮ ਸੰਭਾਰੇ। ਤੇ ਉੱਥੇ ਬਰਕਤ ਰਹਿ ਕੇ, ਨਿਰਲੇਪ ਰਹਿ ਕੇ, ਫਲ ਆਦਿ ਖਾ ਕੇ ਤੁਹਾਡਾ ਨਾਮ ਵੀ ਨਹੀਂ ਸੰਭਾਰਿਆ। ਸੰਭਾਰੇ ਦਾ ਅਰਥ ਹੁੰਦਾ ਚੇਤੇ ਕੀਤਾ, ਤੁਹਾਡਾ ਨਾਮ ਨਹੀਂ ਚੇਤੇ ਕੀਤਾ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਨਾ ਕਿ ਸਤਿਯੁਗ ਦੇ ਵਿੱਚ 1,00,000 ਸਾਲ ਦੀ ਉਮਰ ਹੁੰਦੀ ਸੀ। ਤੇ ਭਾਈ ਗੁਰਦਾਸ ਜੀ ਦੇ ਬਚਨ ਹੈ, ਕਰਨ ਤਪੱਸਿਆ ਬਨ ਵਿਖੇ। ਪੁਰਾਣੇ ਜਿਹੜੇ ਸਾਧੂ ਸੀ, ਲੋਕ ਸੀ, ਤਪੱਸਿਆ ਕਰਦੇ ਸੀ ਜੰਗਲ ਦੇ ਵਿੱਚ। ਤੇ ਕੀ ਖਾਂਦੇ ਸੀ? ਵਕਤ ਗੁਜ਼ਾਰਨ ਪਿੰਨੀ ਸਾਗੀ, ਤੇ ਟਾਈਮ ਬਤੀਤ ਕਰਦੇ ਸੀ ਪਿੰਨੀਆਂ ਵੱਟ ਵੱਟ ਕੇ, ਘਾਹ ਦੀਆਂ, ਹੋਰ ਵਿੱਚ ਬੂਟੇ, ਹੋਰ ਸਾਗ, ਪਿੰਨੇ ਵੱਟ ਵੱਟ ਕੇ ਉਹੀ ਖਾ ਕੇ ਆਪਣਾ ਸਮਾਂ ਬਤੀਤ ਕਰਦੇ ਸੀ। 1,00,000 ਸਾਲ ਦੀ ਉਮਰ ਹੁੰਦੀ ਸੀ। ਕਰਨ ਤਪੱਸਿਆ ਬਨ ਵਿਖੇ, ਵਕਤ ਗੁਜ਼ਾਰਨ ਪਿੰਨੀ ਸਾਗੇ। ਤੇ 1,00,000 ਵਰਿਆਂ ਦੀ ਆਰਜਾ, ਕੋਠੇ ਕੋਟ ਨਾ ਮੰਦਰ ਸਾਜੇ। ਨਾ ਕੋਠੇ ਬਣਾਉਂਦੇ ਸੀ, ਨਾ ਕੋਟ ਕਿਲੇ ਬਣਾਉਂਦੇ ਸੀ, ਨਾ ਕੋਈ ਮੰਦਰ ਬਣਾਉਂਦੇ ਸੀ, ਪੱਕਾ ਘਰ ਨਹੀਂ ਬਣਾਉਂਦੇ ਸੀ। 1,00,000 ਸਾਲ ਦੀ ਉਮਰ ਹੁੰਦੀ ਸੀ, ਬਰਕਤ ਸੀ, ਪਕੜ ਨਹੀਂ ਸੀ, ਲੋਭੀ ਨਹੀਂ ਸੀ, ਲਾਲਚੀ ਨਹੀਂ ਸੀ। ਜੇ ਉਹਨਾਂ ਨੂੰ ਕਹਿੰਦੇ ਕੋਈ ਤੁਸੀਂ ਘਰ ਕਿਉਂ ਨਹੀਂ ਬਣਾਇਆ ਆਪਣਾ, ਉਹ ਕਹਿੰਦੇ ਇੱਥੇ ਕਿਹੜਾ ਕੋਈ ਜ਼ਿਆਦਾ ਚਿਰ ਰਹਿਣਾ ਸੰਸਾਰ ਦੇ ਵਿੱਚ, 1,00,000 ਸਾਲ ਹੀ ਰਹਿਣਾ, ਸਦਾ ਥੋੜ੍ਹਾ ਰਹਿਣਾ। ਇਹੋ ਜਿਹੇ ਉੱਚੇ ਸੁੱਚੇ ਵਿਅਕਤੀ ਹੁੰਦੇ ਸੀ। ਹੁਣ ਤੇ ਲੋਭ ਨੇ ਹੀ ਸਾਰਿਆਂ ਨੂੰ ਹਿਲਾਇਆ ਪਿਆ। ਤੋ ਕਹਿੰਦੇ ਹਨ ਕਿ ਜੰਗਲ ਦੇ ਵਿੱਚ ਜਾ ਕੇ ਕਿਤੇ ਆਪਣੀ ਜ਼ਿੰਦਗੀ ਚੋਂ ਕੁਝ ਇਕਾਂਤ ਸਮਾਂ ਵੀ ਨਹੀਂ ਕੱਢਿਆ ਵੀ ਚਲੋ ਕਿਸੇ ਇਤਿਹਾਸਕ ਸਥਾਨ, ਕਿਸੇ ਇਕਾਂਤ ਵਿੱਚ ਜਾਂਦੇ ਆ, ਉੱਥੇ ਫਿਰ ਰੱਬ ਰੱਬ ਜਪਦੇ ਆ, ਤੇ ਫਿਰ ਸਦੋ ਗੁਣੀ ਭੋਜਨ ਖਾ ਕੇ, ਫਲ ਖਾ ਕੇ, ਫਿਰ ਸਦਾ ਹਮੇਸ਼ਾ
ਕਿਉਂਕਿ ਜਦੋਂ ਜੰਗਲ ਚਲੇ ਗਏ ਸਾਰਾ ਟਾਈਮ ਹੀ ਬਾਬਾ ਜੀ ਰੱਬ ਜਪਣ ਨੂੰ ਆ। ਤਬ ਨਾਮ ਸੰਭਾਰੇ, ਤੁਹਾਡਾ ਨਾਮ ਨਹੀਂ ਚੇਤੇ ਕੀਤਾ, ਮੈਂ ਸੁੱਖ ਕਿਵੇਂ ਪਾ ਸਕਦਾ ਹਾਂ? ਜਿਹੜੇ ਕੰਮ ਕਰਨੇ ਸੀ ਚੰਗੇ ਉਹ ਤੇ ਮੈਂ ਕੀਤੇ ਹੀ ਨਹੀਂ। ਨਾ ਮੈਂ ਗਰੀਬਾਂ ਦੇ ਨਾਲ ਪ੍ਰੇਮ ਕੀਤਾ, ਭਲਾ ਕੀਤਾ, ਫਿਰ ਵੀ ਅੰਦਰ ਜਿਹੜੇ ਸੀ ਅੱਛੇ ਸੰਸਕਾਰ ਪੈਦਾ ਹੋਣੇ ਸੀ, ਬੰਦਗੀ ਵੱਲ ਚਾਹ ਪੈਦਾ ਹੋਣਾ ਸੀ। ਤੇ ਨਾ ਮੈਂ ਸਾਧੂਆਂ ਦੇ ਕੋਲ ਸੰਗਤ ਜਾ ਕੇ ਕੀਤੀ, ਇਕਾਂਤ ਵੀ ਨਹੀਂ ਗਿਆ, ਅਤੇ ਤੁਹਾਡਾ ਨਾਮ ਨਹੀਂ ਚੇਤੇ ਕੀਤਾ। ਵਾਹਿਗੁਰੂ ਜੀ। ਧਨ ਪਾਵਨ ਕੋ ਨਿਸ ਨੀਂਦ ਤਜੀ। ਅਤੇ ਧਨ ਨੂੰ ਪਾਵਨ ਪ੍ਰਾਪਤ ਕਰਨ ਕੋ ਦਾ ਅਰਥ ਹੈ ਲਈ। ਧਨ ਨੂੰ ਪ੍ਰਾਪਤ ਕਰਨ ਲਈ ਨਿਸ ਰਾਤ ਦੀ ਨੀਂਦ ਤਜੀ ਕੀ ਛੱਡ ਦਿੱਤੀ। ਮਾਇਆ ਨੂੰ ਪ੍ਰਾਪਤ ਕਰਨ ਵਾਸਤੇ ਰਾਤ ਦੀ ਨੀਂਦ ਹੀ ਤਿਆਗ ਦਿੱਤੀ। ਓਵਰ ਟਾਈਮ ਲਾ ਲੈਂਦੇ ਆ ਜ਼ਿਆਦਾ, ਜੇ ਪੈਸੇ ਮਿਲਣਗੇ ਓਵਰ ਟਾਈਮ ਵੀ ਬੰਦਾ ਲੈ ਲੈਂਦਾ। ਨਾਈਟ ਡਿਊਟੀ ਕਰਦਾ, ਉੱਠ ਕੇ ਜਾਂਦਾ ਕਿਉਂਕਿ ਪੈਸੇ ਮਿਲਣੇ ਆ। ਗੁਰੂ ਸਾਹਿਬ ਨੇ ਇੱਕ ਥਾਂ ਦੇ ਬਚਨ ਨੇ ਉਚਾਰਨ ਕੀਤੇ ਆ ਕਿ ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਇੱਕ ਤਾਂ ਨਿਹਾਲੀ ਰਜਾਈਆਂ ਲੈ ਕੇ ਰਾਤ ਨੂੰ ਸੌਂ ਜਾਂਦੇ ਆ ਠੰਡ ਦੇ ਵਿੱਚ, ਇੱਕ ਉੱਪਰ ਰਹਿਣ ਖੜੇ, ਇੱਕ ਉੱਤੇ ਖੜੇ ਹੋ ਕੇ ਉਹਨਾਂ ਦੀ ਪਹਿਰੇਦਾਰੀ ਕਰਦੇ ਆ, ਮਤਲਬ ਪੈਸੇ ਵਾਸਤੇ ਹੀ। ਤੋ ਕਹਿੰਦੇ ਹਨ ਧਨ ਪਾਵਨ ਕੋ ਨਿਸ ਨੀਂਦ ਤਜੀ। ਧਨ ਨੂੰ ਪ੍ਰਾਪਤ ਕਰਨ ਵਾਸਤੇ ਰਾਤ ਦੀ ਨੀਂਦ ਤਿਆਗ ਦਿੱਤੀ, ਰੌਲਾਂ ਲਾਈਆਂ, 2-2 3-3 ਲਾ ਲੀਆਂ। ਅੱਗੇ ਦੱਸਦੇ ਹਨ ਕਿ ਜਿਹੜੀ ਚੀਜ਼ ਨਾਲ ਜਾਣੀ ਸੀ, ਜਿਹੜਾ ਮਹਾਰਾਜ ਨੇ ਬਚਨ ਕੀਤਾ ਸੀ ਕਿ ਇਹ ਤੇਰੇ ਕੰਮ ਆਉਣ ਵਾਲੀ ਚੀਜ਼ ਹੈ, ਤਾਂ ਉੱਥੇ ਫਿਰ ਕੀ ਕੀਤਾ? ਅੱਗੇ ਅੱਧੀ ਪੰਕਤੀ 'ਚ ਦੱਸਦੇ ਹਨ ਹਰ ਪਾਵਨ ਕੋ ਨਹਿ ਨੈਣ ਉਘਾਰੇ। ਪਰ ਹਰੀ ਨੂੰ ਪ੍ਰਾਪਤ ਕਰਨ ਲਈ ਹਰ ਪਾਵਨ ਕੋ ਨਹਿ ਨੈਣ ਉਘਾਰੇ, ਨਹੀਂ ਨੇਤਰ ਉਘਾਰੇ ਕੀ ਖੋਲੇ, ਯਾਨੀ ਅੰਮ੍ਰਿਤ ਵੇਲੇ ਨਹੀਂ ਉੱਠਿਆ। ਹਰੀ ਨੂੰ ਪ੍ਰਾਪਤ ਕਰਨ ਦਾ ਅੰਮ੍ਰਿਤ ਵੇਲਾ ਸੀ। ਸਿਫਤ ਸਲਾਹਨ ਅੰਮ੍ਰਿਤ ਵੇਲਾ। ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਦੀ ਸਿਫਤ ਸਲਾਹਨ ਦਾ ਅੰਮ੍ਰਿਤ ਵੇਲਾ ਹੈ। ਤੇ ਜਪਜੀ ਸਾਹਿਬ 'ਚ ਰੋਜ਼ਾਨਾ ਆਪਾਂ ਪੜ੍ਹਦੇ ਹਾਂ ਕਿ ਮਹਾਰਾਜ ਨੇ ਇੱਕ ਬਚਨ ਕਿਹਾ ਵੀ ਫੇਰ ਕਿ ਅੱਗੇ ਰੱਖੀਐ ਜਿਤ ਦਿਸੈ ਦਰਬਾਰ। ਤੁਸੀਂ ਦਰਬਾਰ ਦੇਖਣਾ ਚਾਹੁੰਦੇ ਹੋ ਵਾਹਿਗੁਰੂ ਦਾ, ਸੱਚਖੰਡ ਰੂਪੀ ਦਰਬਾਰ, ਫਿਰ ਕੀ ਵਾਹਿਗੁਰੂ ਅੱਗੇ ਰੱਖੀਏ? ਫਿਰ ਦੂਸਰਾ ਮਹਾਰਾਜ ਨੇ ਬਚਨ ਕਿਹਾ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। 2 ਪ੍ਰਸ਼ਨ ਹੈ, ਮੂੰਹ ਤੋਂ ਬਚਨ ਕਿਹੜੇ ਬੋਲੀਏ ਜਿਸ ਕਰਕੇ ਵਾਹਿਗੁਰੂ ਪਿਆਰ ਕਰਨ। ਜੇ ਤਾਂ ਤੁਸੀਂ ਵਾਹਿਗੁਰੂ ਦਾ ਦਰਬਾਰ ਦੇ ਦਰਸ਼ਨ ਕਰਨੇ ਚਾਹੁੰਦੇ ਹੋ ਤੇ ਵਾਹਿਗੁਰੂ ਪਿਆਰ ਕਰਨ, ਤਾਂ ਅੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਚਾਰਨ ਕਰਦੇ ਆ ਅੰਮ੍ਰਿਤ ਵੇਲਾ। ਤੁਸੀਂ ਅੰਮ੍ਰਿਤ ਵੇਲੇ ਉੱਠੋ, ਫਿਰ ਸੱਚ ਨਾਮ, ਸੱਚਾ ਨਾਮ ਜਪੋ, ਤੇ ਵਡਿਆਈ ਬਾਣੀ ਦੇ ਵਿੱਚ ਹੈ, ਤੇ ਕਥਾ ਵਿਚਾਰ ਕਰੋ। ਫਿਰ ਤੁਹਾਨੂੰ ਬਖਸ਼ਿਸ਼ਾਂ ਮਿਲਣਗੀਆਂ, ਰਹਿਮਤਾਂ ਮਿਲਣਗੀਆਂ। ਚੌਥਾ ਸਹਿਰ ਪਹਿਰ ਸਵਾਹ ਕਹਿ ਸੁਰਤਿਆ ਉਪਜੈ ਚਾਓ। ਚੌਥੇ ਪਹਿਰ ਅੰਮ੍ਰਿਤ ਵੇਲੇ ਸੁਰਤੀ ਵਾਲਿਆਂ ਨੂੰ ਚਾਅ ਪੈਦਾ ਹੋ ਜਾਂਦਾ। ਦਿਨਾਂ ਦਰਿਆਵਾ ਸਿਓ ਦੋਸਤੀ ਮਨ ਮੁਖ ਸੱਚਾ ਨਾਉ। ਉਹਨਾਂ ਦੀ ਦਰਿਆਵਾਂ ਦੇ ਨਾਲ ਪਹਿਲਾਂ ਐਵੇਂ ਇੰਜ ਟੂਟੀਆਂ ਨਹੀਂ ਹੁੰਦੀਆਂ ਸੀ, ਦਰਿਆਵਾਂ ਤੇ ਇਸ਼ਨਾਨ ਕਰਦੇ ਸੀ, ਸਰੋਵਰਾਂ ਤੇ ਇਸ਼ਨਾਨ ਕਰਦੇ ਸੀ, ਮਨ ਤੇ ਮੁਖ ਦੇ ਵਿੱਚ ਸੱਚਾ ਨਾਮ ਜਪਦੇ ਸੀ। ਅੰਮ੍ਰਿਤ ਵੇਲੇ ਦੀ ਕਿੱਡੀ ਮਹਿਮਾ। ਕਿੰਨੀ ਵਾਰ ਮਹਾਰਾਜ ਨੇ ਕਿਹਾ ਝਾ ਲਾਗੇ ਉਠ ਨਾਮ ਜਪ, ਨਿਸ ਬਾਸੁਰ ਆਰਾਧ, ਕਾਰਾ ਤੁਝੈ ਨਾ ਵਿਆਪਈ, ਨਾਨਕ ਮਿਟੈ ਉਪਾਦ। ਇੱਕ ਹੋਰ ਮਹਾਂਪੁਰਸ਼ਾਂ ਨੇ ਬੜਾ ਸੋਹਣਾ ਬਚਨ ਉਚਾਰਨ ਕੀਤਾ ਕਿ ਇੱਕ ਰੋਜ਼ ਜਹਾਨੋਂ ਜਾਣਾ ਏ ਜਾਂ ਕਬਰੇ ਵਿੱਚ ਸਮਾਣਾ ਏ, ਤੇਰਾ ਗੋਸ਼ਤ ਕੀੜਿਆਂ ਖਾਣਾ ਏ, ਕਰ ਚੇਤਾ ਮਰਗ ਵਿਸਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਫੇਰ ਕਹਿੰਦੇ ਕਿ ਕਿੱਥੇ ਹੈ ਸੁਲਤਾਨ ਸਿਕੰਦਰ, ਕਿੱਥੇ ਹੈ ਸੁਲਤਾਨ ਸਿਕੰਦਰ, ਮੌਤ ਨਾ ਛੱਡੇ ਪੀਰ ਪੈਗੰਬਰ, ਇੱਥੇ ਛੱਡ ਛੱਡ ਗਏ ਵੱਡੇ ਅਡੰਬਰ, ਇੱਥੇ ਕੋਈ ਪਾਏਦਾਰ ਨਹੀਂ, ਉੱਠ ਜਾਗ ਘੁਰਾੜੇ ਮਾਰ ਨਹੀਂ। ਇਸ ਤਰ੍ਹਾਂ ਕਿਸੇ ਮਹਾਂਪੁਰਸ਼ਾਂ ਨੇ ਬੜੇ ਸੋਹਣੇ ਅੰਮ੍ਰਿਤ ਵੇਲੇ ਦੇ ਸੰਬੰਧ ਵਿੱਚ ਬਚਨ ਉਚਾਰਨ ਕੀਤੇ ਹਨ। ਤੋ ਕਹਿੰਦੇ ਹਨ ਕਿ ਧਨ ਪਾਵਨ ਕੋ ਨਿਸ ਨੀਂਦ ਤਜੀ। ਧਨ ਨੂੰ ਪ੍ਰਾਪਤ ਕਰਨ ਵਾਸਤੇ ਰਾਤ ਦੀ ਨੀਂਦ ਛੱਡ ਦਿੱਤੀ। ਹਰ ਪਾਵਨ ਕੋ ਨਹਿ ਨੈਣ ਉਘਾਰੇ, ਤੇ ਭਿੰਨੀ ਰੈਨੜੀਏ ਚਾ ਮੱਕਣ ਤਾਰੇ।
ਜਾਗੈ ਸੰਤ ਜਨਾ ਮੇਰੇ RAM ਪਿਆਰੇ। ਤੇ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਨੇਤਰ ਜਿਹੜੇ ਸੀ ਉਹ ਉਘਾਰੇ ਨਹੀਂ, ਯਾਨੀ ਅੰਮ੍ਰਿਤ ਵੇਲਾ ਜਿਹੜਾ ਸੀ ਉਹ ਨਹੀਂ ਸਾਂਭਣਾ ਕੀਤਾ। ਜਗ ਮੈਂ ਸੁਭ ਕਾਜ ਵਿਸਾਰਤ ਹਾਂ। ਤੋ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਹਨ ਕਿ ਸੰਸਾਰ ਦੇ ਵਿੱਚ ਜਿਹੜੇ ਸ਼ੁਭ ਕੰਮ ਸੀ ਉਹ ਤਾਂ ਸਾਰੇ ਮੈਂ ਵਿਸਾਰਤ ਹਾਂ, ਭੁਲਾ ਦਿੱਤੇ ਨੇ। ਵਿਦ ਕੌਣ ਸੁਦਾ ਸੁਖ ਪਾਉ ਮੁਰਾਰੀ। ਇਹ ਮੁਰਦੈਂਤ ਨੂੰ ਮਾਰਨ ਵਾਲੇ ਵਾਹਿਗੁਰੂ ਜੀ, ਵਿਦ ਕੌਣ, ਹੁਣ ਕਿਸ ਤਰ੍ਹਾਂ ਦੇ ਨਾਲ ਸੁਦਾ ਸੁਖ ਅੰਮ੍ਰਿਤਮਈ ਆਤਮਿਕ ਸੁਖ ਨੂੰ ਮੈਂ ਪਾਉਂ ਕਿ ਪ੍ਰਾਪਤ ਕਰ ਸਕਦਾ ਹਾਂ। ਕਿਉਂਕਿ ਜਿਹੜੇ ਚੰਗੇ ਕਰਮ ਸੀ ਉਹ ਮੈਂ ਕੀਤੇ ਨਹੀਂ, ਗਰੀਬਾਂ ਦੀ ਸੇਵਾ ਨਹੀਂ ਕੀਤੀ, ਮਦਦ ਨਹੀਂ ਕੀਤੀ, ਤੇ ਸਾਧੂਆਂ ਦੀ ਸੰਗਤ ਨਹੀਂ ਕੀਤੀ, ਇਕਾਂਤ ਵਿੱਚ ਵੀ ਨਹੀਂ ਗਿਆ, ਤੇ ਮਾਇਆ ਦੀ ਪ੍ਰਾਪਤੀ ਵਾਸਤੇ ਤਾਂ ਰਾਤ ਨੂੰ ਜਾਗਿਆ, ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਤੇ ਪਰ ਵਾਹਿਗੁਰੂ ਨੂੰ ਪ੍ਰਾਪਤ ਕਰਨ ਵਾਸਤੇ ਅੰਮ੍ਰਿਤ ਵੇਲਾ ਨਹੀਂ ਮੈਂ ਸਾਂਭਿਆ। ਜਿਹੜਾ 10ਵੇਂ ਪਾਤਸ਼ਾਹ ਨੇ ਵੀ ਮਹਾਰਾਜ ਨੇ ਬਚਨ ਆਪਾਂ ਰੋਜ਼ਾਨਾ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਆ, ਜੇ ਜੇ ਤੁਮਰੇ ਧਿਆਨ ਕੋ ਨਿਤ ਉਠਤੇ ਹੈ ਸੰਤ, ਅੰਤ ਲਹਿਗੇ ਮੁਕਤ ਫਲ ਪਾਵੇਗੇ ਭਗਵੰਤ। ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ ਮੁਕਤੀ ਫਲ ਦੀ ਪ੍ਰਾਪਤੀ ਹੁੰਦੀ ਆ ਉਹਨਾਂ ਨੂੰ, ਰੱਬ ਨੂੰ ਪ੍ਰਾਪਤ ਕਰ ਲੈਂਦੇ ਆ। ਯਾਨੀ ਅੰਮ੍ਰਿਤ ਵੇਲੇ ਦੀ ਕਿੱਡੀ ਮਹਾਨਤਾ ਹੈ। ਇੱਕ ਭਾਈ ਸਾਹਿਬ, ਭਾਈ ਨੰਦ ਲਾਲ ਸਾਹਿਬ ਜੀ ਨੇ ਵੀ ਬਚਨ ਤੇ ਬਹੁਤ ਹੈ, ਇੱਕ ਸ਼ੇਰ ਉਚਾਰਨ ਕੀਤਾ ਕਿ ਬੇਦਾਰੀ ਅਸਤ ਜ਼ਿੰਦਗੀ ਏ ਆਰਫਾਨ ਇਸ ਸ਼ੌਕ, ਗੋਇਆ ਹਰਾਮ ਕਰਦਮ ਅਜ਼ ਆਇੰਦਾ ਖਾਵੀ ਸੁਬਹਾ। ਕਹਿੰਦੇ ਬੇਦਾਰੀ ਅਸਤ ਜ਼ਿੰਦਗੀ ਏ। ਬੇਦਾਰੀ ਦਾ ਮਤਲਬ ਹੁੰਦਾ ਜਾਗਣਾ ਹੀ ਜ਼ਿੰਦਗੀ ਹੈ। ਕਿਹਨਾਂ ਦੀ? ਆਰਫਾਨ ਸ਼ੌਕ, ਜਿਨ੍ਹਾਂ ਨੂੰ ਰੱਬ ਦੇ ਨਾਲ ਮਿਲਣ ਦਾ ਸ਼ੌਕ ਹੈ, ਪ੍ਰੇਮ ਹੈ, ਤੇ ਆਰਫਾਨੇ ਇੱਕ ਇੱਛਾ ਹੈ, ਤਾਂਘ ਹੈ ਰੱਬ ਨੂੰ ਮਿਲਣ ਦੀ, ਉਹਨਾਂ ਦੀ ਜ਼ਿੰਦਗੀ ਹੀ ਜਾਗਣਾ ਹੈ। ਗੋਇਆ ਜੀ ਕਹਿੰਦੇ ਗੋਇਆ ਹਰਾਮ ਕਰਦਮ, ਕਹਿੰਦੇ ਮੈਂ ਹਰਾਮ ਕਰ ਦਿੱਤੀ ਨੀਂਦ। ਕਦੋਂ? ਅਜ਼ ਆਇੰਦਾ ਖਾਵੀ ਸੁਬਹਾ, ਜਦੋਂ ਤੱਕ ਮੈਨੂੰ ਅੰਮ੍ਰਿਤ ਵੇਲੇ ਦੀ ਮਹਿਮਾ ਦਾ ਪਤਾ ਲੱਗਿਆ ਨਾ ਵੀ ਅੰਮ੍ਰਿਤ ਵੇਲਾ ਬੜਾ ਮਹਾਨ ਹੈ, ਕਹਿੰਦੇ ਮੈਂ ਰਾਤ ਦੀ ਨੀਂਦ ਹਰਾਮ ਕਰ ਦਿੱਤੀ। ਇਸ ਤਰ੍ਹਾਂ ਅੰਮ੍ਰਿਤ ਵੇਲੇ ਦੀ ਬੜੀ ਵੱਡੀ ਮਹਾਨਤਾ ਹੈ। ਤੋ ਕਹਿੰਦੇ ਹਨ ਕਿ ਨਾ ਤਾਂ ਅੰਮ੍ਰਿਤ ਵੇਲਾ ਸਾਂਭਿਆ, ਜਿਹੜਾ ਬੰਦਾ ਅੰਮ੍ਰਿਤ ਵੇਲਾ ਸਾਂਭਦਾ ਹੈ, ਜਪ ਤਪ ਕਰਦਾ ਹੈ, ਤੇ ਫਿਰ ਉਹਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੁੰਦੀ ਹੈ। ਪਰ ਮੈਂ ਐਸੇ ਨਹੀਂ ਕੀਤਾ, ਜਿਸ ਕਰਕੇ ਚੰਗੇ ਕੰਮ ਭੁਲਾ ਦਿੱਤੇ। ਹੁਣ ਕਿਸ ਤਰ੍ਹਾਂ ਦੇ ਨਾਲ ਮੈਂ ਜਿਹੜਾ ਆਤਮਿਕ ਸੁਖ ਹੈ, ਅੰਮ੍ਰਿਤਮਈ ਸੁਖ ਹੈ, ਇਸ ਨੂੰ ਹੀ ਵਾਹਿਗੁਰੂ ਜੀ ਮੁਰਾਰੇ ਵਾਹਿਗੁਰੂ ਜੀ ਪ੍ਰਾਪਤ ਕਰ ਸਕਦਾ ਹਾਂ। ਸਵਈਆ ਔਰ ਲੋਭ ਲੱਗੇ ਨਿਜ ਧਾਮ ਤਜੇ। ਹੁਣ ਅਗਲੇ ਸਵਈਏ 'ਚ ਲੋਭ ਦੀ ਗੱਲ ਦੱਸਦੇ ਹਨ, ਕਿਉਂਕਿ ਔਰ ਲੋਭ ਲੱਗੇ, ਜਦੋਂ ਔਰ ਹਿਰਦੇ ਦੇ ਵਿੱਚ ਲੋਭ ਲੱਗ ਗਿਆ, ਫਿਰ ਨਿਜ ਧਾਮ ਤਜੇ, ਫਿਰ ਆਪਣਾ ਘਰ ਛੱਡ ਦਿੱਤਾ। ਕਿਉਂਕਿ ਲੋਭੀ ਜਿਹੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ। ਲੋਭੀ ਦਾ ਮਨ ਟਿਕਿਆ ਨਹੀਂ ਰਹਿੰਦਾ, ਤੇ ਉਹਦੀ ਤਮੰਨਾ ਰਹਿੰਦੀ ਹੈ ਕਿਸੇ ਤਰੀਕੇ ਨਾਲ ਮੈਨੂੰ ਮਾਇਆ ਦੀ ਪ੍ਰਾਪਤੀ ਹੋ ਜਾਵੇ। ਮਹਾਰਾਜ ਸਾਹਿਬ ਜੀ ਨੇ ਇੱਕ ਬਾਣੀ ਦੇ ਵਿੱਚ ਬਚਨ ਉਚਾਰਨ ਕੀਤਾ ਕਿ ਲੋਭ ਸੁਨੈ ਮਨ ਸੁਖ ਕਰ ਮਾਨੈ, ਬੇਗ ਤਹਾ ਉਠਤਾਇਓ। ਲੋਭ ਦੀ ਗੱਲ ਜਦੋਂ ਮਿੱਤਰਾਂ ਦੋਸਤਾਂ ਦੇ ਵਿੱਚ ਸੁਣਦਾ ਨਾ ਕਿ ਤੂੰ ਫਲਾਣੇ ਦੇਸ਼ ਜਾਏਗਾ, ਅਮਰੀਕਾ ਜਾਏਗਾ, ਕੈਨੇਡਾ ਜਾਏਗਾ, ਉੱਥੇ ਡਾਲਰ ਮਿਲਦੇ ਆ, ਜਿਆਦੀ ਮਾਇਆ ਬਣਦੀ ਹੈ। ਲੋਭ ਸੁਣੈ, ਫਿਰ ਮਨ ਸੁਖ ਕਰ ਮਾਨੈ, ਮਨ ਬੜਾ ਸੁਖ ਮੰਨਦਾ ਹੈ, ਫਿਰ ਉਹ ਉਡਾਰੀਆਂ ਲੈਣ ਲੱਗ ਜਾਂਦਾ ਵੀ ਮੈਂ ਵੀ ਜਾਵਾਂ ਬਾਹਰ। ਬੇਗ ਤਹਾ ਉਠਤਾਇਓ, ਫਿਰ ਬੇਗ ਬੜੀ ਛੇਤੀ ਨਾਲ ਉੱਠ ਕੇ ਬਾਹਰ ਨੂੰ ਜਾਂਦਾ ਹੈ। ਚਲੋ ਬਾਹਰ ਚੱਲੀਏ, ਉੱਥੇ ਪੈਸੇ ਕਮਾਵਾਂਗੇ ਤੇ ਸੈੱਟ ਹੋ ਜਾਵਾਂਗੇ, ਤੇ ਬਾਅਦ ਵਿੱਚ ਨਾਮ ਜਪਾਂਗੇ, ਭਜਨ ਕਰਾਂਗੇ। ਔਰ ਲੋਭ ਲੱਗੇ ਨਿਜ ਧਾਮ ਤਜੇ, ਹਿਰਦੇ ਵਿੱਚ ਲੋਭ ਲੱਗ ਗਿਆ, ਆਪਣਾ ਘਰ ਛੱਡ ਦਿੱਤਾ। ਦਿਸ ਪੱਛਮ ਕੇ ਮਗ ਮਾਹਿ ਪਧਾਰੇ। ਫਿਰ ਦਿਸ਼ਾ ਪੱਛਮ ਦੀ ਤਰਫ ਚਲੇ ਗਿਆ, ਅਮਰੀਕਾ, ਕੈਨੇਡਾ। ਮਗ ਕੀ ਰਸਤੇ, ਮਾਹੇ ਵਿੱਚ, ਪਧਾਰੇ ਕੀ ਚਲਾ ਗਿਆ ਕਿ ਉੱਥੇ ਜਾ ਕੇ ਮਿਹਨਤ ਕਮਾਈ ਕਰਕੇ ਸੈੱਟ ਹੋ ਕੇ ਫਿਰ ਭਜਨ ਕਰਾਂਗੇ। ਇੱਛਾ ਤੇ ਇਹ ਸੀ, ਪਰ ਜਿਹੜਾ ਲੋਭ ਹੈ ਨਾ, ਇਹਦਾ ਐਂਡ ਨਹੀਂ ਹੈ। ਇਹ ਐਸੀ ਨਦੀ ਹੈ ਜਿਹੜੀ ਨਰਕ ਦੇ ਦੁਆਰ ਤੇ ਜਾ ਕੇ ਰੁਕਦੀ ਹੈ। ਭਗਵਤ ਗੀਤਾ ਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਵੀ ਕਿਹਾ
त्रिविधम नरकस्य एदं द्वारं नाशनमात्मनः कामः क्रोधस्तथा लोभस्तस्मादेतत्त्रयं त्यजेत। त्रिविधम नरकस्य एदम, तीन नरक दे दरवाजे हैं। त्रिविधम नरकस्य एदम द्वारम नाशनमात्मनः, साडी आत्मा दा, साडी मन दा, आत्मक अवस्था दा नाश करने वाले हैं। किहड़े? कामः क्रोधस तथा लोभस। एक है काम, एक है क्रोध, एक है लोभ। तस्मादेतत्त्रयं त्यजेत। इस करके कृष्ण जी कहते कि ये तिन्नां नूं तुसीं छड्ड दो, किसी साधु की संगत जाके जां गुरु की संगत जां किसी तरीके नाल इन्हां ते कंट्रोल करो। बाणी द्वारा हो सकदा, अरदास द्वारा गुरु साहब किरपा कर सकते। तो कहते हैं जिहड़ा लोभ है इहदा एंड नरक है। बंदा कहता तो है भी बाद विच मैं नाम जपांगा, उदों उम्र लंघ जाती है। नौवें पातशाह महाराज साहब जी का बचन है कि करनो हुतो सो ना कियो। जदों काम करना सी, जदों नाम जपना सी, उदों तू जपिया नहीं, पर यो लोभ कै फंद, लोभ का फंदा गल च पवाई रखिया। नानक समयो रम गयो अब क्यों रोव तंद। ਉਹਦੇ ਸਮਾਂ ਲੰਘ ਗਿਆ, ਹੁਣ ਕਿਉਂ ਰੋਈ ਜਾਂਦਾ ਬੁਢੇਪੇ ਵਿੱਚ। ਹੁਣ ਬੈਠਿਆ ਨਹੀਂ ਜਾਂਦਾ, ਖੜਿਆ ਨਹੀਂ ਜਾਂਦਾ, ਬੋਲਿਆ ਨਹੀਂ ਜਾਂਦਾ, ਧਿਆਨ ਨਹੀਂ ਟਿਕਦਾ। ਕਿਉਂਕਿ ਆਖਣ ਔਖਾ ਸਾਚਾ ਨਾ ਉਹ ਹੈ ਵੀ ਮਿਹਨਤ ਹੈ। ਪਹਿਲਾਂ ਜਦੋਂ ਮਸੱਕਤ ਕਰੂਗਾ, ਮਿਹਨਤ ਕਰੂਗਾ, ਫਿਰ ਪਹਿਲਾਂ ਬੈਖਰੀ ਬਾਣੀ ਦੁਆਰਾ ਕਰੂ, ਫਿਰ ਕੰਠ 'ਚ ਜਾਊ, ਫਿਰ ਹਿਰਦੇ 'ਚ ਜਾਊ, ਫਿਰ ਨਾਭੀ 'ਚ, ਫਿਰ ਅਵਸਥਾਵਾਂ ਮਿਹਨਤ ਦੇ ਨਾਲ ਬਣਨੀਆਂ ਨਾ, ਮਹਾਰਾਜ ਦੀ ਕਿਰਪਾ ਦੇ ਨਾਲ। ਤੇ ਇਸ ਕਰਕੇ ਸਮਝਾਉਣਾ ਇਹੀ ਚਾਹੁੰਦੇ ਆ ਵੀ ਲੋਭ ਵੀ ਬੜੀ ਵੱਡੀ ਰੁਕਾਵਟ ਹੈ। ਤੇ ਉਹ ਇਹ ਵੀ ਬਚਨ, ਲੋਭ ਵਿਕਾਰ ਜਿਨ੍ਹਾਂ ਮਨ ਲੱਗਿਆ ਹਰ ਵਿਸਰਿਆ ਪੁਰਖ ਚੰਗੇਰਾ। ਲੋਭ ਵਿਕਾਰ ਜਿਨ੍ਹਾਂ ਦੇ ਲੱਗ ਜੇ ਰੱਬ ਨਹੀਂ ਚੇਤੇ ਰਹਿੰਦਾ। ਤੋ ਇੱਥੇ ਫਰਮਾਉਂਦੇ ਹਨ ਹਿਰਦਾ ਲੋਭ ਵਿੱਚ ਲੱਗ ਗਿਆ, ਘਰ ਛੱਡ ਦਿੱਤਾ ਤੇ ਪੱਛਮ ਦੀ ਤਰਫ ਚਲੇ ਗਏ। ਉਸ ਕੀ ਬਾਹਰਲੇ ਦੇਸ਼ ਵਿੱਚ ਚਲਦਿਆਂ ਲੋਭ ਨੇ ਇਸ ਤਰ੍ਹਾਂ ਕਈ ਕੋਟ ਪ੍ਰਦੇਸ਼ ਭਰਮਾਹੇ, ਪ੍ਰਦੇਸ਼ਾਂ ਦੇ ਵਿੱਚ ਹੀ ਭਰਮਦੇ ਰਹੇ। ਜਗ ਪੁੰਨ ਹੁਲਾਸ ਸੁ ਪਾਇ ਉਠੇ। ਫਿਰ ਸੰਸਾਰ ਦੇ ਵਿੱਚ ਜਿਹੜੇ ਪੁੰਨ ਕਰਮ ਸੀ ਅਤੇ ਹੁਲਾਸ ਦਾ ਅਰਥ ਹੁੰਦਾ ਆਨੰਦ, ਪ੍ਰਸੰਨਤਾ, ਖੁਸ਼ੀ, ਸੋ ਉਹਨਾਂ ਨੂੰ ਪਾ ਕਰਕੇ ਉੱਠ ਕਰਕੇ ਨਹਿ ਦਿਵਯ ਧੁਨੀ ਪਥ ਮਾਹਿ ਪਧਾਰੇ। ਸੰਸਾਰ ਵਿੱਚ ਇੱਧਰ ਨਹੀਂ ਸੋਚਿਆ ਵੀ ਆਪਾਂ ਪੁੰਨ ਕਰਮ ਕਰਦੇ ਆ, ਆਪਾਂ ਖੁਸ਼ੀ ਖੁਸ਼ੀ ਕਿਸੇ ਯਾਤਰਾ ਦੇ ਵਿੱਚ ਜਾਂਦੇ ਆ। ਨਹਿ ਦਿਵਯ ਧੁਨੀ, ਦੂਜੇ ਪਾਸੇ ਤਾਂ ਲੋਭ ਵਸ ਹੋ ਕੇ ਬਹੁਤ ਥਾਈਂ ਗਿਆ ਇਹ, ਪਰ ਨਹਿ ਦਿਵਯ ਧੁਨੀ, ਦਿਵਯ ਧੁਨੀ ਦਾ ਅਰਥ ਕੀਤਾ ਹੈ ਕਿ ਗੰਗਾ ਦੇ ਪਥ ਕੀ ਰਸਤੇ ਮਾਹਿ ਕੀ ਵਿੱਚ ਪਧਾਰੇ ਨੇ, ਯਾਨੀ ਤੀਰਥਾਂ ਤੇ ਨਹੀਂ ਗਿਆ ਵੀ ਯਾਤਰਾ ਕਰਦਾ, ਉੱਥੇ ਜਾ ਕੇ ਥੋੜਾ ਜਪ ਤਪ ਕਰਦਾ, ਪੁੰਨ ਵਧਨੇ ਸੀ ਤੇ ਆਨੰਦ ਦੇ ਨਾਲ ਉਸ ਪਾਸੇ ਨਹੀਂ ਧਿਆਨ ਗਿਆ। ਸਿਰਫ ਇੱਕੋ ਹੀ ਨਿਸ਼ਾਨਾ ਰਿਹਾ, ਲੋਭ ਨੇ ਇੱਕੋ ਨਿਸ਼ਾਨਾ ਦਿੱਤਾ ਵੀ ਕਿਸ ਤਰੀਕੇ ਦੇ ਨਾਲ ਮੈਂ ਇੱਥੇ ਪੱਕਾ ਸੈੱਟ ਹੋ ਸਕਦਾ ਹਾਂ। ਇੰਨੇ 'ਚ ਫਿਰ ਸਾਰੀ ਉਮਰ ਬਤੀਤ ਹੋ ਜਾਂਦੀ ਹੈ। ਤੋ ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਆ ਕਿ ਮੈਂ ਐਸਾ ਹੈ ਕਿ ਬੰਦੇ ਦੀ ਉਮਰ ਸਾਰੀ ਉਮਰ ਬਤੀਤ ਹੋ ਜਾਂਦੀ ਹੈ, ਜੋ ਕਰਨਾ ਸੀ ਉਹ ਕੀਤਾ ਨਹੀਂ, ਲੋਭ ਵਿੱਚ ਫਸਿਆ, ਘਰ ਛੱਡ ਕੇ ਪਰਿਵਾਰ ਵਿੱਚ ਵੀ ਨਾ ਰਿਹਾ ਤੇ ਬਾਹਰ ਜਾਂ ਕਿਸੇ ਹੋਰ ਦੇਸ਼ਾਂ ਦੇ ਵਿੱਚ ਚਲਾ ਗਿਆ ਤੇ ਪੁੰਨ ਕਰਮ ਜਿਹੜੇ ਸੀ ਉਸ ਨੂੰ ਛੱਡ ਕੇ ਤੇ ਜਿੱਤੋਂ ਬਖਸ਼ਿਸ਼ਾਂ ਹੋਣੀਆਂ ਸੀ ਅਤੇ ਜਿਹੜੇ ਗੰਗਾ ਆਦਿਕ ਤੀਰਥਾਂ ਤੇ ਔਰ ਇਤਿਹਾਸਕ ਸਥਾਨਾਂ ਦੀ ਜਿਹੜੀ ਯਾਤਰਾ ਹੈ ਉਸ ਵੱਲ ਨੂੰ ਕਦੀ ਵੀ ਆਪਣੇ ਉਸ ਰਸਤੇ ਦੇ ਵਿੱਚ ਕਦੀ ਨਹੀਂ ਪਧਾਰੇ ਚੱਲ ਕਰਕੇ ਗਿਆ। ਧਨ ਦੇਵਨ ਕੋ ਮੁਖ ਮੂਦ ਲਏ। ਫਿਰ ਐਸੀ ਗੱਲ ਹੋਈ ਕਿ ਆਪਸ ਵਿੱਚ ਵਿਚਾਰ ਹੋਈ ਵੀ ਚਲੋ ਵੀ ਮਾਇਆ ਇਕੱਠੀ ਕਰੋ, 500 ਰੁਪਇਆ ਪਾਓ, ਆਪਾਂ ਸੇਵਾ ਕਰਦੇ ਹਾਂ। ਧਨ ਦੇਵਨ ਕੋ ਮੁਖ ਮੂੰਦ ਲਏ, ਕਿਸੇ ਗਰੀਬ ਦੀ ਸੇਵਾ ਕਰਦੇ ਆ। ਧਨ ਦੇਵਨ ਨੂੰ ਫਿਰ ਮੁਖ ਮੂੰਦ ਲਿਆ, ਮੂੰਹ ਬੰਦ ਹੀ ਕਰ ਲਿਆ, ਕੁਛ ਨਹੀਂ ਬੋਲਿਆ। ਤੋ ਕਹਿੰਦੇ ਹਨ ਕਿਸੇ ਦੀ ਸੇਵਾ ਕਰਨੀ ਸੀ, ਕਿਸੇ ਲੋੜਵੰਦ ਦੀ ਮਦਦ ਕਰਨੀ ਸੀ, ਤੋ ਕਿਹਾ ਕਿ ਆਪਾਂ ਸੇਵਾ ਕਰਦੇ ਆ, ਤਾਂ ਮੂੰਹ ਬਿਲਕੁਲ ਬੰਦ ਕਰ ਲਿਆ, ਚੁੱਪ ਹੋ ਗਿਆ। ਅਰ ਲੇਵਨ ਕੋ ਸਭ ਦਾਂਤ ਨਿਕਾਰੇ। ਅਤੇ ਅਰ ਲੇਵਨ ਕੋ, ਕਿਸੇ ਨੇ ਲਿਫਾਫੇ ਦੇ ਵਿੱਚ ਪੈਸੇ ਪਾ ਕੇ ਦਿੱਤੇ, ਸਭ ਦਾਂਤ ਨਿਕਾਰੇ, ਸਾਰੇ ਦੰਦ ਨਿਕਾਲ ਲਏ।
ਹੱਸ ਕੇ ਨਹੀਂ ਜੀ ਮੈਨੂੰ ਨਹੀਂ ਚਾਹੀਦੇ, ਧੰਨਵਾਦ ਤੁਹਾਡਾ, ਇਹਦੀ ਕੀ ਲੋੜ ਸੀ, ਇਹ ਨਹੀਂ ਚਾਹੀਦਾ, ਰਹਿਣ ਦੋ ਨਾਲੇ ਫੜੀ ਜਾਂਦਾ ਨਾਲੇ ਹੱਸੀ ਜਾਂਦਾ ਤੇ ਪਾ ਵੀ ਲੈਂਦਾ ਜੇਬ ਦੇ ਵਿੱਚ। ਤੋ ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਕਿ ਯਾਰ ਲੇਵਨ ਕੋ ਸਭ ਦਾੰਤ ਨਿਕਾਰੇ, ਜਦੋਂ ਦੇਣਾ ਸੀ ਉਦੋਂ ਮੂੰਹ ਬੰਦ ਕਰ ਲਿਆ, ਬੋਲਿਆ ਨਹੀਂ, ਤੇ ਜਦੋਂ ਲੈਣੇ ਸੀ ਤੇ ਨਾਲ ਨਾ ਨੁੱਕਰ ਕਰਦਾ ਹੈ, ਨਾਲੇ ਹੱਸੀ ਜਾਂਦਾ ਹੈ, ਪੂਰੇ ਦੰਦ ਕੱਢ ਕੇ ਦਿਖਾਉਂਦਾ ਹੈ ਅਤੇ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਦਾਨੀ ਨਹੀਂ ਹੈ, ਲੈਣ ਵਾਸਤੇ ਹੀ ਖੁਸ਼ ਹੁੰਦਾ ਹੈ। ਦਾਨ ਪੁੰਨ ਕਰਨ ਲੱਗਿਆ ਮਨ ਪ੍ਰਸੰਨ ਨਹੀਂ ਹੁੰਦਾ ਹੈ। ਜਗ ਮੈਂ ਸੁਭ ਕਾਜ ਵਿਸਾਰਤ ਹਾਂ। ਪੰਡਿਤ ਗੁਲਾਬ ਸਿੰਘ ਜੀ ਫਰਮਾਉਂਦੇ ਹਨ, ਹੁਣ ਸੁੱਖ ਕਿਵੇਂ ਪ੍ਰਾਪਤ ਕਰ ਸਕੀਏ? ਸੰਸਾਰ ਦੇ ਵਿੱਚ ਜਿਹੜੇ ਚੰਗੇ ਕੰਮ ਸੀ ਉਹ ਤਾਂ ਸਾਰੇ ਮੈਂ ਭੁਲਾ ਦਿੱਤੇ ਹਨ। ਵਿਦ ਕੌਣ ਸੁਦਾ ਸੁਖ ਪਾ ਮੁਰਾਰੀ। ਇਹ ਮੁਰਦੈਂਤ ਨੂੰ ਮਾਰਨ ਵਾਲੇ ਵਾਹਿਗੁਰੂ ਜੀ, ਹੁਣ ਕਿਸ ਤਰ੍ਹਾਂ ਦੇ ਨਾਲ ਮੈਂ ਸੁਦਾ ਸੁਖ, ਅੰਮ੍ਰਿਤਮਈ ਸੁਖ, ਆਤਮਕ ਸੁਖ ਨੂੰ ਪ੍ਰਾਪਤ ਕਰ ਸਕਦਾ ਹਾਂ? ਇਹ ਕੁਝ ਚੰਗੇ ਕਰਮ ਕਰਨੇ ਸੀ ਜਿਸ ਕਰਕੇ ਮੈਨੂੰ ਸੁੱਖ ਮਿਲਣਾ ਸੀ, ਤੇ ਉਹ ਕਰਮ ਅਸੀਂ ਕੀਤੇ ਨਹੀਂ, ਤੇ ਸਾਰੇ ਆਪਣੀ ਮਨਮਰਜ਼ੀ ਦੇ ਕਰਮ ਕਰਦੇ ਰਹੇ। ਜਿਹੜੇ ਗ੍ਰੰਥਾਂ ਦੇ ਵਿੱਚ ਕਹੇ ਸੀ, ਪਹਿਲਾਂ ਵੀ ਆਪਾਂ ਕਈ ਵਾਰ ਵਿਚਾਰਿਆ ਵੀ ਦਾਨੀ, ਭਗਤ ਤੇ ਸੂਰਮਾ, ਇਹ ਤਿੰਨ ਕੰਮ ਕਰਨੇ ਸੀ। ਭਗਤੀ ਕਰਨੀ ਸੀ, ਦਾਨ ਪੁੰਨ ਕਰਨਾ ਸੀ, ਜਾਂ ਕੋਈ ਸੂਰਮਤਾ ਹੀ ਕਿਸੇ ਗਰੀਬ ਦੀ, ਮਜ਼ਲੂਮ ਦੀ, ਉਹਦੇ ਤੇ ਅਤਿਆਚਾਰ ਹੋ ਰਿਹਾ ਸੀ, ਉਹਦੀ ਮਦਦ ਕਰਨੀ ਸੀ। ਇਹ ਤਿੰਨੀ ਗੱਲਾਂ ਹੈ, ਤੇ ਉਹ ਉਸ ਪਾਸੇ ਧਿਆਨ ਨਹੀਂ ਗਿਆ। ਤੋ ਕਹਿੰਦੇ ਮੈਂ ਆਤਮਿਕ ਸੁਖ ਨੂੰ ਤੇ ਅੰਮ੍ਰਿਤਮਈ ਸੁਖ ਨੂੰ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ?